ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ, ਪਾਕਿਸਤਾਨ ਦੇ ਵਿੱਚ ਗਰਮੀ ਦੀ ਵਜ੍ਹਾ ਨਾਲ ਸ਼ਿੱਦਤ ਵਧੀ ਹੈ ਔਰ ਲੋਕਾਂ ਦੇ ਹਲਾਕਤਾਂ ਦੀ ਇਤਲਾਹ ਹੈ ਔਰ ਮੁਖਤਲਿਫ ਜਗ੍ਹਾ ਦੇ ਉੱਤੇ ਜਿਹੜੇ ਜੰਗਲਾਤ ਨੂੰ ਅੱਗ ਲੱਗ ਰਹੀ ਹੈ। ਇਹ ਜਿੰਨੀ ਸ਼ਿੱਦਤ ਦੇ ਨਾਲ ਇਹ ਵਾਕਿਆਤ ਹੋ ਰਹੇ ਨੇ, ਸ਼ਾਇਦ ਅਸੀਂ ਉਹਨੂੰ ਅਹਿਸਾਸ ਨਹੀਂ ਕਰ ਪਾ ਰਹੇ ਔਰ ਉਹਦੇ ਉੱਤੇ ਆਪਣਾ ਰੱਦ ਅਮਲ ਨਹੀਂ ਦੇ ਪਾ ਰਹੇ। ਸਾਡਾ ਮੇਨ ਸਟ੍ਰੀਮ ਮੀਡੀਆ, ਸਾਡੇ ਸੋਚਣ ਵਾਲੇ ਲੋਕ, ਸਾਡੇ ਦਾਨਿਸ਼ਵਰ, ਸਾਡੀਆਂ ਹਕੂਮਤਾਂ, ਉਹਨਾਂ ਦੀ ਨਜ਼ਰ ਦੇ ਵਿੱਚ ਇਹ ਕੋਈ ਵੱਡਾ ਇਸ਼ੂ ਸ਼ਾਇਦ ਨਹੀਂ ਹੈਗਾ, ਲੇਕਿਨ ਇਹਦੇ ਨਾਲ ਜਿਹੜੇ ਲੋਕਾਂ ਨੂੰ ਸਮਝ ਆ ਰਹੀ ਉਹ ਬਹੁਤ ਪਰੇਸ਼ਾਨ ਨੇ। ਉਹ ਇਹਨੂੰ ਇੱਕ ਸੰਗੀਨ ਮਸਲਾ ਕਰਾਰ ਦੇ ਰਹੇ ਨੇ ਔਰ ਇਹਦੇ ਵਿੱਚ ਤਾਜ਼ਾ ਤਰੀਨ ਇਹ ਇਤਲਾਤ ਸਾਹਮਣੇ ਆਈਆਂ ਕਿ ਮਾਰਗਲਾ ਦੀਆਂ ਪਹਾੜੀਆਂ ਦੇ ਵਿੱਚ ਜਿਹੜੀਆਂ 3 ਦਿਨ ਪਹਿਲੇ ਅੱਗ ਲੱਗੀ ਸੀ ਤਪਸ਼ ਦੀ ਵਜ੍ਹਾ ਨਾਲ, ਉਹ ਅੱਗ ਹਾਲੇ ਪੂਰੀ ਤਰ੍ਹਾਂ ਬੁਝਾਈ ਨਹੀਂ ਜਾ ਸਕੀ। ਹਕੂਮਤ ਨੇ ਅਗਰਚੇ ਉਹਦੇ ਵਾਸਤੇ ਹੈਲੀਕਾਪਟਰ ਫਰਾਹਮ ਕੀਤੇ ਨੇ, ਜ਼ਿਆਦਾ ਅਮਲਾ ਦਿੱਤਾ ਹੈ ਔਰ ਅੱਗ ਬੁਝਾਉਂਦੇ ਹੋਏ ਇੱਕ ਜਿਹੜਾ ਫਾਇਰ ਫਾਈਟਰ ਹੈ ਉਹ ਜਾਂ ਬਹੱਕ ਵੀ ਹੋ ਗਿਆ, ਉਹਦੀ ਅੱਲਾ ਮਗਫਰਤ ਫਰਮਾਵੇ। ਅਤੇ ਲੋਕ ਕੋਸ਼ਿਸ਼ਾਂ ਵੀ ਕਰਨ ਡਏ ਨੇ, ਪਰ ਮੈਂ ਵੇਖਿਆ ਕਿ ਉਹ ਜਿਹੜੇ ਅੱਗ ਬੁਝਾਉਣ ਵਾਲੇ ਲੋਕ ਨੇ ਉਹਨਾਂ ਕੋਲ ਸਮਾਨ ਕੀ ਹੈ। ਉਹਨਾਂ ਕੋਲ ਇੱਕ ਝਾੜੂ, ਉਹ ਵੀ ਜਿਹੜੇ ਹੈਗੇ ਨੇ ਪੱਤੇ ਸ਼ਾਖਾਂ ਦਰਖਤਾਂ ਦੀਆਂ, ਉਹ ਵਾਲਾ ਉਹ ਪ੍ਰੋਪਰ ਜਿਹੜਾ ਸਮਾਨ ਹੋਣਾ ਚਾਹੀਦਾ ਹੈ, ਜਿਹੜੇ ਕੈਮੀਕਲ ਹੋਣੇ ਚਾਹੀਦੇ ਨੇ, ਉਹਦੀ ਸ਼ਦੀਦ ਕਮੀ ਮੈਨੂੰ ਮਹਿਸੂਸ ਹੋਈ। ਹੈਲੀਕਾਪਟਰ ਵੀ ਉੱਥੇ ਜਾ ਕੇ ਕੀ ਕਰਨਗੇ ਅਗਰ ਉਹਨਾਂ ਕੋਲ ਪ੍ਰੋਪਰ ਜਿਹੜੀ ਉਹ ਟੈਕਨੋਲੋਜੀ ਨਹੀਂ ਹੈਗੀ। ਸੋ ਅਸੀਂ ਇੱਕ ਐਸੀ ਜੰਗ ਲੜਨ ਦੀ ਕੋਸ਼ਿਸ਼ ਕਰਨ ਰਹੇ ਹਾਂ ਜਿਹਦੇ ਵਾਸਤੇ ਸਾਡੇ ਕੋਲ ਹਥਿਆਰ ਹੀ ਨਹੀਂ ਹੈਗੇ ਪੂਰੇ। ਅਤੇ ਇਹ ਸਿਰਫ ਮਾਰਗਲਾ ਦੀ ਗੱਲ ਨਹੀਂ ਹੈਗੀ, ਇਹ ਜੰਗਲਾਤ ਜਿਹੜੇ ਸਾਡੇ ਵਾਦੀ ਸੋਨ ਦੇ ਵਿੱਚ, ਖੁਸ਼ਾਬ ਦੇ ਵਿੱਚ ਹੈਗੇ ਨੇ, ਉੱਥੇ ਵੀ ਅੱਗ ਲੱਗੀ, ਉਹਨੂੰ ਵੀ ਬੁਝਾਉਣ ਦੀ ਕੋਸ਼ਿਸ਼ ਹੋ ਰਹੀ। ਫਿਰ ਬਲੋਚਿਸਤਾਨ ਦੇ ਕਈ ਇਲਾਕੇ ਨੇ ਜਿੱਥੇ ਦਰਖਤ ਔਰ ਵੱਡੇ ਪੌਦੇ ਤਾਂ ਨਹੀਂ ਹੈਗੇ, ਲੇਕਿਨ ਉੱਥੇ ਝਾੜੀਆਂ ਸਨ ਅਤੇ ਉਹਨਾਂ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ। ਅਤੇ ਇਹ ਦੱਸਦਾ ਸਾਨੂੰ ਕਿ ਅਗਰ ਟੈਂਪਰੇਚਰ ਦੇ ਵਿੱਚ ਅੱਲਾ ਨਾ ਕਰੇ ਕਿ ਕੋਈ 2-4 ਸੈਂਟੀਗ੍ਰੇਡ ਅਗਲੇ ਸਾਲਾਂ ਦੇ ਵਿੱਚ ਕੋਈ ਇਜ਼ਾਫਾ ਹੁੰਦਾ ਵੇ, ਅਤੇ ਫਿਰ ਉਹ ਦਰਖਤ ਜਿਹੜੇ ਸਾਡੇ ਇਰਦ ਗਿਰਦ ਸਾਨੂੰ ਹਰੇ ਨਜ਼ਰ ਆਉਂਦੇ ਨੇ, ਉਹਨਾਂ ਦਰਖਤਾਂ ਨੂੰ ਵੀ ਅੱਗ ਲੱਗ ਸਕਦੀ। ਸਿਰਫ ਜੰਗਲਾਤ ਦੀ ਹੱਦ ਤੱਕ ਨਹੀਂ ਗੱਲ ਹੈਗੀ, ਇਹਨਾਂ ਦਰਖਤਾਂ ਨੂੰ ਵੀ ਅੱਗ ਲੱਗ ਸਕਦੀ। ਅਤੇ ਇਹਦੇ ਨਾਲ ਸਾਡੇ ਕੋਲ ਆਲਰੇਡੀ ਜਿਹੜਾ ਜੰਗਲਾਤ ਦਾ ਰਕਬਾ ਉਹ ਬਹੁਤ ਥੋੜ੍ਹਾ ਹੈ। ਮਤਲਬ ਸਟੈਂਡਰਡ ਜਿਹੜਾ ਹੈਗਾ ਵੇ ਇੰਟਰਨੈਸ਼ਨਲ, ਉਹ ਇਹ ਦੱਸਿਆ ਜਾਂਦਾ ਕਿ ਜਿੰਨਾ ਵੀ ਰਕਬਾ ਕਿਸੇ ਮੁਲਕ ਦਾ ਹੋਵੇ, ਰਿਆਸਤ ਦਾ, ਉਹਦਾ 25% ਜਿਹੜਾ ਰਕਬਾ ਹੈ, 25%, ਉਹਦੇ ਉੱਤੇ ਫੋਰੈਸਟ ਹੋਣੇ ਚਾਹੀਦੇ ਨੇ। ਲੇਕਿਨ ਸਾਡਾ ਇੱਥੇ ਪਾਕਿਸਤਾਨ ਦੇ ਵਿੱਚ 4.8% ਜਿਹੜੇ ਨੇ ਉਹ ਜੰਗਲਾਤ ਹੈਗੇ ਨੇ। ਅਤੇ ਇੰਨੇ ਘੱਟ ਜੰਗਲਾਤ ਵਾਲੇ ਏਰੀਆ ਜਿਹੜਾ ਹੈ, ਉਹਦੇ ਵਿੱਚ ਵੀ ਅਗਰ ਇੰਜ ਦੇ ਵਾਕਿਆਤ ਹੋਣਾ ਸ਼ੁਰੂ ਹੋ ਜਾਣ ਤਾਂ ਫਿਰ ਮਸਾਇਲ ਸਾਡੇ ਹੋਰ ਵੱਧ ਸਕਦੇ ਨੇ। ਅਤੇ ਰਿਪੋਰਟਾਂ ਤਾਂ ਇਹ ਦੱਸਦੀਆਂ ਕਿ 1990 ਤੱਕ ਸਾਡਾ ਜਿਹੜਾ ਜੰਗਲਾਤ ਦਾ ਏਰੀਆ ਸੀ ਉਹ 6.8 ਤੱਕ ਹੈਗਾ ਸੀ। ਯਾਨੀ ਇਹਦਾ ਮਤਲਬ ਹੈ ਕਿ ਪਿਛਲੇ 25-30 ਸਾਲ ਦੇ ਵਿੱਚ ਸਾਡੇ ਕੋਲ ਤਕਰੀਬਨ 2.5% ਜਿਹੜਾ ਏਰੀਆ ਜੰਗਲਾਤ ਦਾ ਹੋਰ ਘਟਿਆ ਵੇ। ਅਤੇ ਉਹਦੇ ਦੌਰਾਨ ਅਸੀਂ ਵੇਖੀਏ ਕਿ ਪਿਛਲੀਆਂ ਹਕੂਮਤਾਂ ਨੇ ਕੀ ਕੀਤਾ ਕਿ ਤਹਿਰੀਕ ਇਨਸਾਫ ਦੀ ਹਕੂਮਤ ਆਈ, ਉਹਨਾਂ ਨੇ ਬਿਲੀਅਨ ਟਰੀ ਸੁਨਾਮੀ ਪ੍ਰੋਗਰਾਮ ਸ਼ੁਰੂ ਕੀਤਾ। ਫਿਰ ਅਸੀਂ ਉਸ ਤੋਂ ਪਹਿਲੇ ਪੀਪਲਸ ਪਾਰਟੀ ਅਤੇ ਮੁਸਲਿਮ ਲੀਗ ਨੂਨ ਦੀਆਂ ਹਕੂਮਤਾਂ ਵੇਖੀਆਂ ਜਿਹੜੀਆਂ ਹਰ ਸਾਲ ਸ਼ਜਰਕਾਰੀ ਕਰਦੀਆਂ ਸਨ, ਉਹ ਸ਼ਜਰਕਾਰੀ ਕਿੱਧਰ ਗਈ। ਅਤੇ ਹੁਣ ਵੀ ਉਸ ਤੋਂ ਬਾਅਦ ਵੀ PDM ਦੀ ਹਕੂਮਤ ਆਈ, ਹੁਣ ਮੁਸਲਿਮ ਲੀਗ ਨੂਨ ਦੀ ਹਕੂਮਤ ਚੱਲਣ ਡਈ ਹੈ। ਸਾਰੀਆਂ ਹਕੂਮਤਾਂ ਪੌਦੇ ਲਗਾਉਂਦੀਆਂ ਨੇ, ਦਰਖਤ ਲਗਾਉਂਦੀਆਂ ਨੇ, ਪਰ ਇਹਨਾਂ ਦਾ ਨਤੀਜਾ ਕਿਉਂ ਨਹੀਂ ਨਿਕਲਦਾ ਪਿਆ? ਸਾਡਾ ਜੰਗਲਾਤ ਦਾ ਰਕਬਾ ਕਿਉਂ ਨਹੀਂ ਵੱਧਦਾ ਪਿਆ? ਅਤੇ ਜਿਹੜੇ ਦਰਖਤ ਲੱਗਦੇ ਪਏ ਨੇ ਉਹ ਕਿੱਧਰ ਜਾਂਦੇ ਪਏ ਨੇ? ਇਸੇ ਵਾਸਤੇ ਹੀ ਨਿੱਜੀ ਤੌਰ 'ਤੇ ਲੋਕਾਂ ਨੇ ਕੁਝ ਇੱਧਰ ਰੁਝਾਨ ਤੱਕ ਕੀਤਾ ਵੇ ਸ਼ਜਰਕਾਰੀ ਵੱਲ, ਲੇਕਿਨ ਉੱਥੇ ਬਹੁਤ ਸਾਰੀਆਂ ਕਮੀਆਂ ਨੇ ਕਿ ਲੋਕ ਪੌਦੇ ਲਾ ਦਿੰਦੇ ਨੇ, ਪਰ ਉਹਨਾਂ ਦੀ ਦੇਖਭਾਲ ਦਾ ਜਿਹੜਾ ਨਿਜ਼ਾਮ ਹੈ ਉਹ ਤਾਂ ਹਕੂਮਤ ਕੋਲ ਹੁੰਦਾ ਵੇ। ਅਤੇ ਉਹ ਹਕੂਮਤ ਜਦੋਂ ਨਹੀਂ ਆਪਣਾ ਕੰਮ ਕਰਦੀ ਤਾਂ ਫਿਰ ਉਹ ਪੌਦੇ ਜਿਹੜੇ ਲੱਗੇ ਹੁੰਦੇ ਨੇ ਉਹ ਵੀ ਸੜ ਜਾਂਦੇ ਨੇ। ਅਤੇ ਇਹਦੇ ਵਿੱਚ 2-3 ਮੈਂ ਤੁਹਾਨੂੰ ਮਿਸਾਲਾਂ ਦੇਵਾਂਗਾ ਕਿ ਜਿਹੜੇ ਮੁਲਕਾਂ ਦੇ ਵਿੱਚ ਜਾਂ ਜਿਹੜੇ ਜਗ੍ਹਾ ਦੇ ਉੱਤੇ ਲੋਕ ਕੁਝ ਸੋਚਦੇ ਨੇ ਉਹ ਕੋਈ ਤਬਦੀਲੀ ਵੀ ਲੈ ਆਉਂਦੇ ਨੇ। ਕਾਨੂੰਨੀ ਚਾਰਾਜੋਈ ਜਿਹੜੀ ਮਾਹੌਲੀਆਤੀ ਮਸਾਇਲ ਦੇ ਹਵਾਲੇ ਨਾਲ ਪਾਕਿਸਤਾਨ ਦੇ ਲੋਕ ਨਹੀਂ ਕਰ ਰਹੇ, ਲੇਕਿਨ ਇੱਕ ਮਿਸਾਲ ਸਾਡੇ ਕੋਲ ਹੈਗੀ ਵੀ ਕਿ ਇੱਕ ਸ਼ਹਿਰੀ ਨੇ ਇੱਥੇ ਦੇ ਨੇ ਕੀਤੀ ਇੰਜ ਦੀ ਕੋਸ਼ਿਸ਼ ਔਰ ਉਹ ਕਾਮਯਾਬ ਵੀ ਹੋਇਆ। ਇਹ ਅਲੱਗ ਗੱਲ ਹੈ ਕਿ ਉਹਦੇ 'ਤੇ ਰਿਸਪੌਂਸ ਜਿਹੜਾ ਹੈ ਰਿਆਸਤ ਦਾ ਉਹ ਉਸ ਤਰ੍ਹਾਂ ਦਾ ਨਹੀਂ ਹੈਗਾ ਜਿਹੜਾ ਹੋਣਾ ਚਾਹੀਦਾ ਸੀ। 2015 ਦੀ ਗੱਲ ਹੈ ਕਿ ਅਸਗਰ ਲਗਾਰੀ ਇੱਕ ਸਾਡੇ ਕਿਸਾਨ ਨੇ, ਉਹਨਾਂ ਨੇ ਅਦਾਲਤ ਤੋਂ ਰਜੂਅ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਮੌਸਮੀਆਤੀ ਤਗੱਯਰ ਦੀ ਵਜ੍ਹਾ ਨਾਲ ਖੁਰਾਕ ਔਰ ਪਾਣੀ ਦੇ ਜਿਹੜੇ ਮਸਾਇਲ ਨੇ ਪਾਕਿਸਤਾਨ ਦੇ ਵਿੱਚ ਉਹ ਵੱਧ ਰਹੇ ਨੇ। ਔਰ ਇਹ ਸੂਰਤ ਹਾਲ ਦੇ ਵਿੱਚ ਜਿਹੜਾ ਹਕੂਮਤ ਪਾਕਿਸਤਾਨ ਦੇ ਉੱਤੇ ਔਰ ਰਿਆਸਤ ਪਾਕਿਸਤਾਨ ਦਾ ਜੋ ਫਰਜ਼ ਔਰ ਜ਼ਿੰਮੇਦਾਰੀ ਉਹ ਪੂਰੀ ਨਹੀਂ ਕਰਨ ਡਈ। ਅਤੇ ਇਸ ਵਾਸਤੇ ਅਦਾਲਤ ਰਿਆਸਤ ਨੂੰ ਕਵੇ ਕਿ ਇਹ ਆਪਣੀ ਜ਼ਿੰਮੇਦਾਰੀਆਂ ਪੂਰੀਆਂ ਕਰਨ।
ਉਹਦੇ ਉੱਤੇ ਅਦਾਲਤ ਨੇ ਜਨਾਬ ਕਾਰਵਾਈ ਕੀਤੀ, ਸਮਾਅਤ ਕੀਤੀ ਅਤੇ ਰਿਆਸਤ ਨੂੰ ਹੁਕਮ ਵੀ ਦਿੱਤਾ ਕਿ ਇਹ ਕਰੋ। ਉਹ ਵੱਖਰੀ ਗੱਲ ਹੈ ਕਿ ਉਹ ਹਾਲੇ ਤੱਕ ਨਹੀਂ ਹੋਇਆ। ਫਿਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਜਦੋਂ ਪੰਜਾਬ ਹੁਕੂਮਤ ਨੇ ਇਲੈਕਟ੍ਰਿਕ ਬਾਈਕਸ ਦਾ ਇੱਕ ਪ੍ਰੋਜੈਕਟ ਲੈ ਕੇ ਆਈ ਅਤੇ ਫਿਰ ਉਹ ਇਲੈਕਟ੍ਰਿਕ ਬਾਈਕਸ ਦੀ ਜਗ੍ਹਾ ਦੇ ਉੱਤੇ ਪੈਟਰੋਲ ਬਾਈਕ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ 20,000 ਪੈਟਰੋਲ ਬਾਈਕ। ਅਤੇ ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਾਹਦ ਕਰੀਮ ਨੇ ਉਹਦੇ ਉੱਤੇ ਇੱਕ ਫੈਸਲਾ ਦਿੱਤਾ। ਉਹਨਾਂ ਨੇ ਲਾਈਟ ਮੂਡ 'ਚ ਇਹ ਗੱਲ ਕਹੀ ਕਿ ਇਹ ਮੁੰਡਿਆਂ ਨੂੰ ਤੁਸੀਂ ਮੋਟਰਸਾਈਕਲਾਂ ਸਟੂਡੈਂਟਾਂ ਨੂੰ ਦਿਓਗੇ ਅਤੇ ਇਹ ਜ਼ਿਆਦਾ ਜ਼ਿਆਦਾ ਕੀ ਕਰਨਗੇ, ਇਹਨਾਂ ਮੋਟਰਸਾਈਕਲਾਂ ਕੁੜੀਆਂ ਦੇ ਕਾਲਜਾਂ ਦੇ ਅੱਗੇ ਗੇੜੇ ਲਾਉਣਗੇ ਅਤੇ ਜਾਂ ਵਨ ਵੀਲਿੰਗ ਕਰਨਗੇ। ਅਤੇ ਅੱਛਾ, ਉਹ ਮੁਸਲਿਮ ਲੀਗੀ ਹਕੂਮਤ ਨੇ ਉਹਨੂੰ ਬੜਾ ਤਨਕੀਦੀ ਕੀਤਾ, ਤਨਕੀਦੀ ਹਵਾਲੇ ਨਾਲ ਵੇਖਿਆ, ਉਹਨਾਂ ਦੇ ਹਾਮੀਆਂ ਨੇ ਵੀ ਇੰਝ ਵੇਖਿਆ। ਲੇਕਿਨ ਦਰਅਸਲ ਇਹ ਜਸਟਿਸ ਸ਼ਾਹਦ ਕਰੀਮ ਨੇ ਇਹਦੇ ਮਾਹੌਲੀਆਤੀ ਅਸਰਾਤ 'ਤੇ ਗੱਲ ਕੀਤੀ ਸੀ ਔਰ ਉਹਨਾਂ ਨਾਲ ਅਗਲਾ ਜੁਮਲਾ ਇਹ ਕਿਹਾ ਸੀ ਕਿ ਤੁਸੀਂ ਇਲੈਕਟ੍ਰਿਕ ਬੱਸਾਂ ਕਿਉਂ ਨਹੀਂ ਚਲਾਉਂਦੇ ਤਾਂ ਕਿ ਇਹ ਸਟੂਡੈਂਟਸ ਜਿਹੜੇ ਨੇ ਇਕੱਠੇ ਜਾਣ ਔਰ ਟ੍ਰੈਫਿਕ ਦਾ ਵੀ ਹਜੂਮ ਘੱਟ ਹੋਵੇ। ਜੇ 20,000 ਮੋਟਰਸਾਈਕਲਾਂ ਲਾਹੌਰ ਸ਼ਹਿਰ ਦੇ ਵਿੱਚ ਵਾੜ ਦੋਗੇ ਅਤੇ ਬਹੁਤ ਹਜੂਮ ਹੋ ਜਾਏਗਾ ਔਰ ਉਹਦੀ ਜਿਹੜੀ ਆਲੂਦਗੀ ਵਧੇਗੀ। ਅਤੇ ਇਹਦੀ ਜਗ੍ਹਾ ਤੁਸੀਂ ਬੱਸਾਂ ਚਲਾਓ ਤਾਂ ਕਿ ਇੱਕ ਰਿਸਪੈਕਟੇਬਲ ਸੁਸਾਇਟੀ ਜਿਹੜੀ ਸਵਾਰੀ ਉਹ ਲੋਕਾਂ ਨੂੰ ਮਿਲੇ। ਖੈਰ, ਉਸ ਤੋਂ ਇਲਾਵਾ ਇੱਕ ਜਿਹੜਾ ਵਾਕਿਆ ਮੈਂ ਤੁਹਾਨੂੰ ਦੱਸਾਂ ਉਹ ਫਿਲਪਾਈਨ ਦਾ ਹੈਗਾ ਵੇ। 1990 ਦੇ ਵਿੱਚ ਫਿਲਪਾਈਨ ਦੇ ਕੁਝ ਸਕੂਲ ਦੇ ਬੱਚੇ ਜਿਹੜੇ ਨੇ ਉਹ ਅਦਾਲਤ ਚਲੇ ਗਏ। ਉਹਨਾਂ ਨੇ ਉੱਥੇ ਜਾ ਕੇ ਅਦਾਲਤ ਨੂੰ ਕਿਹਾ ਕਿ ਸਾਡੇ ਜਿਹੜੇ ਜੰਗਲਾਤ ਨੇ ਇਹ ਗੈਰ ਕਾਨੂੰਨੀ ਤੌਰ 'ਤੇ ਕੱਟੇ ਜਾ ਰਹੇ ਨੇ ਔਰ ਗੈਰ ਜ਼ਰੂਰੀ ਤੌਰ 'ਤੇ ਕੱਟੇ ਜਾ ਰਹੇ ਨੇ ਅਤੇ ਇਹਦੇ ਨਾਲ ਸਾਡੇ ਜੰਗਲੀ ਜਿਹੜਾ ਰਕਬਾ ਹੈ ਉਹ ਘਟਣ ਦੇ ਇਮਕਾਨ ਹੋ ਗਏ ਨੇ ਅਤੇ ਮਾਹੌਲੀਆਤੀ ਮਸਾਇਲ ਪੈਦਾ ਹੋਣਗੇ ਅਤੇ ਇਹ ਜੰਗਲਾਂ ਦਾ ਜਿਹੜਾ ਕਟਾਓ ਇਹਨੂੰ ਰੁਕਵਾਓ। ਅਦਾਲਤ ਨੇ ਉਹਨਾਂ ਦਾ ਮੌਕਫ ਸੁਣਿਆ ਔਰ ਉਹਨੇ ਹਕੂਮਤ ਨੂੰ ਕਿਹਾ ਕਿ ਰੋਕੋ ਜਨਾਬ, ਕਟਾਈ ਨਹੀਂ ਹੋਣੀ ਚਾਹੀਦੀ। ਸੋ ਇਹ ਗੱਲ ਹੈ ਕਿ ਜਿੱਥੇ ਕਾਰਵਾਈ ਕਾਨੂੰਨੀ ਚਾਰਾਜੋਈ ਹੁੰਦੀ ਮਾਹੌਲੀਆਤ ਦੇ ਹਵਾਲੇ ਨਾਲ, ਕੁਝ ਨਾ ਕੁਝ ਅਸਰ ਵੀ ਹੁੰਦਾ। ਪਾਕਿਸਤਾਨ ਦੇ ਵਿੱਚ ਅਗਰਚੇ ਪਿਛਲੇ ਕੁਝ ਸਾਲਾਂ ਦੇ ਵਿੱਚ ਮਾਹੌਲੀਆਤੀ ਹਵਾਲੇ ਨਾਲ ਮੁਕੱਦਮਾਤ ਅਦਾਲਤਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਨੇ। ਸਿਵਲ ਸੁਸਾਇਟੀ ਨੇ ਰਜੂਅ ਕੀਤਾ। ਮੈਨੂੰ ਯਾਦ ਹੈ ਕਿ ਲਾਹੌਰ ਦੇ ਵਿੱਚ ਜਦੋਂ ਨਹਿਰ ਕਿਨਾਰੇ ਸੜਕ ਬਣਨੀ ਸੀ ਅਤੇ ਉਹਦੀ ਤੋਸੀਹ ਵਾਸਤੇ ਕੁਝ ਸਾਈਡ ਦੇ ਜਿਹੜੇ ਦਰਖਤ ਸਨ ਉਹਨਾਂ ਦੀ ਕਟਾਈ ਹੋਣੀ ਸੀ ਅਤੇ ਇੱਥੋਂ ਦੀ ਸਿਵਲ ਸੁਸਾਇਟੀ ਅਦਾਲਤ ਚਲੇ ਗਈ ਅਤੇ ਫਿਰ ਉੱਥੇ ਹਕੂਮਤ ਨੇ ਮੰਨਿਆ ਕਿ ਅਸੀਂ ਜਿੰਨੇ ਦਰਖਤ ਕੱਟਾਂਗੇ ਉਹਦੇ ਤੋਂ ਦੂਨੇ ਅਸੀਂ ਇਰਦ ਗਿਰਦ ਹੋਰ ਲਾਵਾਂਗੇ ਅਤੇ ਫਿਰ ਹਕੂਮਤ ਨੇ ਉਹ ਲਾਏ ਵੀ। ਅਤੇ ਇਸ ਤਰ੍ਹਾਂ ਹੋਰ ਵੀ ਜਿੱਥੇ ਜਿੱਥੇ ਨੁਕਸਾਨ ਹੁੰਦਾ ਮਾਹੌਲੀਆਤੀ, ਲੋਕ ਅਦਾਲਤ 'ਚ ਹਾਲੇ ਉਸ ਤਰ੍ਹਾਂ ਨਹੀਂ ਜਾ ਰਹੇ ਜਿਵੇਂ ਜਾਣਾ ਚਾਹੀਦਾ। ਪਾਕਿਸਤਾਨ ਜਿਹੜਾ ਹੈ ਇਹਦੇ ਵਿੱਚ ਟੈਂਪਰੇਚਰ ਵੱਧਦਾ ਜਾ ਰਿਹਾ। ਪਾਕਿਸਤਾਨ ਦੇ ਇਸ ਟੈਂਪਰੇਚਰ ਵਧਣ ਨਾਲ ਮੁਖਤਲਿਫ ਜਗ੍ਹਾ 'ਤੇ ਹੁਣ ਕੁਦਰਤੀ ਹਾਦਸਾਤ ਹੋਣਾ ਸ਼ੁਰੂ ਹੋ ਗਏ ਨੇ। ਇਹਨੂੰ ਤੁਸੀਂ ਉਹ ਪਹਿਲੇ ਜਿਹੜੀਆਂ ਆਫਾਤ ਹੁੰਦੀਆਂ ਸੀ ਨਾ ਸਾਨੂੰ ਕਹਿਰ ਦੀ ਸ਼ਕਲ 'ਚ, ਸੈਲਾਬ ਦੀ ਸ਼ਕਲ 'ਚ, ਬਾਰਿਸ਼ਾਂ ਦੀ ਸ਼ਕਲ 'ਚ, ਹੁਣ ਇਹਦੇ ਵਿੱਚ ਇੱਕ ਅਹਿਮ ਅੰਸਰ ਅੱਗ ਦਾ ਨਜ਼ਰ ਆਉਣਾ ਸ਼ੁਰੂ ਹੋ ਗਿਆ। ਇਹ ਬਹੁਤ ਖਤਰਨਾਕ ਹੈਗਾ। ਸਾਡੇ ਕੋਲ ਤਾਂ ਉਹ ਨਿਜ਼ਾਮ ਔਰ ਇੰਤਜ਼ਾਮ ਹੀ ਨਹੀਂ ਹੈਗਾ ਕਿ ਅਸੀਂ ਇਹਨੂੰ ਕਾਊਂਟਰ ਕਰ ਸਕੀਏ। ਇਸੇ ਤਰ੍ਹਾਂ ਜਿਹੜਾ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਉੱਥੇ ਕਈ ਦਰਖਾਸਤਾਂ ਜਿਹੜੀਆਂ ਨੇ ਜ਼ੇਰੇ ਸਮਾਅਤ ਹੈ ਜਿਹਦੇ ਵਿੱਚ ਰਿਆਸਤਾਂ ਨੂੰ ਪਾਬੰਦ ਕੀਤਾ ਜਾ ਰਿਹਾ ਕਿ ਉਹ ਮਾਹੌਲੀਆਤੀ ਹਵਾਲੇ ਨਾਲ ਆਪਣੀ ਜ਼ਿੰਮੇਦਾਰੀਆਂ ਅਦਾ ਕਰਨ। ਅਤੇ ਬਹੁਤ ਸਾਰੀਆਂ ਹਕੂਮਤਾਂ ਅਤੇ ਕੰਪਨੀਆਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਜਾ ਰਹੀਆਂ ਨੇ ਅਤੇ ਇਹਦੇ ਨਾਲ ਜਨਾਬ ਖਤਰਾਤ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ। ਪਾਕਿਸਤਾਨ ਇੱਕ ਐਸਾ ਮੁਲਕ ਹੈ ਜਿੱਥੇ ਖਤਰਾਤ ਦਾ ਅਹਿਸਾਸ ਬਰ ਵਕਤ ਨਹੀਂ ਕੀਤਾ ਜਾਂਦਾ ਅਤੇ ਜਦੋਂ ਇੰਝ ਨਹੀਂ ਹੁੰਦਾ ਤਾਂ ਫਿਰ ਉਹਦਾ ਨਤੀਜਾ ਇਸ ਤਰ੍ਹਾਂ ਨਿਕਲਦਾ ਕਿ ਸਾਡਾ ਨੁਕਸਾਨ ਜ਼ਿਆਦਾ ਹੋ ਜਾਂਦਾ ਅਤੇ ਹਕੂਮਤ ਨੂੰ ਚਾਹੀਦਾ ਕਿ ਇਸ ਪਾਸੇ ਤਵੱਜੋ ਦੇਵੇ। ਅਤੇ ਅਸੀਂ ਆਮ ਦੋਸਤਾਂ ਨੂੰ ਵੀ ਕਹਾਂਗੇ, ਆਮ ਲੋਕਾਂ ਨੂੰ ਕਹਾਂਗੇ ਕਿ ਉਹ ਵੀ ਜਿੱਥੇ ਵੇਖਣ ਕਿ ਕਿਸੇ ਨੇ ਗੈਰ ਜ਼ਰੂਰੀ ਤੌਰ 'ਤੇ ਕਿਸੇ ਚੀਜ਼ ਨੂੰ ਅੱਗ ਲਾਈਏ ਔਰ ਜਾਂ ਉਹ ਕੁਝ ਐਸਾ ਕੰਮ ਕਰ ਰਿਹਾ ਜਿਹਦੀ ਵਜ੍ਹਾ ਨਾਲ ਮਾਹੌਲ ਨੂੰ ਖਤਰਾ ਲਾਕ ਹੋ ਸਕਦਾ ਅਤੇ ਪਹਿਲੇ ਤਾਂ ਉਹਨੂੰ ਪਿਆਰ ਨਾਲ ਆਪ ਸਮਝਾਉਣ ਦੀ ਕੋਸ਼ਿਸ਼ ਕਰੋ। ਜੇ ਨਾ ਸਮਝੇ ਤਾਂ ਫਿਰ ਉਹਦੇ ਹਵਾਲੇ ਨਾਲ ਕਾਨੂੰਨੀ ਚਾਰਾਜੋਈ ਕਰੋ। ਅਤੇ ਮਾਹੌਲੀਆਤੀ ਕਾਨੂੰਨੀ ਚਾਰਾਜੋਈ ਜਿਹੜੀ ਇਹ ਬਹੁਤ ਜ਼ਰੂਰੀ ਹੋਊਗੀ। ਅਗਰ ਅਸੀਂ ਇਹਦਾ ਧਿਆਨ ਨਾ ਦਿੱਤਾ ਤਾਂ ਸਾਡੀਆਂ ਹਕੂਮਤਾਂ ਦਾ ਜਿਹੜਾ ਚੱਲਣ ਰਿਹਾ ਅਤੇ ਜਿਹੜੇ ਸਾਡੀ ਲੀਡਰਸ਼ਿਪ ਦਾ ਚੱਲਣ ਰਿਹਾ ਅਤੇ ਮੈਨੂੰ ਇਹ ਖਦਸ਼ਾ ਹੈ ਕਿ ਮਸਾਇਲ ਸਾਡੇ ਵਧਣਗੇ ਅਤੇ ਪਾਕਿਸਤਾਨ ਦੇ ਮਸਾਇਲ ਦੇ ਵਿੱਚ ਇਜ਼ਾਫਾ ਨਹੀਂ ਹੋਣਾ ਚਾਹੀਦਾ। ਇਹ ਮੁਲਕ ਜਿਹੜਾ ਹੈ ਇਹਨੂੰ ਰਹਿਣ ਦੇ ਕਾਬਲ ਰਹਿਣਾ ਚਾਹੀਦਾ ਅਤੇ ਜੀਂਦੇ ਰਹੋ, ਵਸਦੇ ਰਹੋ ਜਨਾਬ। ਅਤੇ ਇੱਕ ਜਿਹੜਾ ਸ਼ਊਰ ਹੈਗਾ ਵੇ ਮਾਹੌਲੀਆਤੀ ਉਹਨੂੰ ਅੱਗੇ ਵਧਾਉਂਦੇ ਰਹੋ।